क्या हंसेंगे हंसाएंगे जग को हंसाने वाले, ये एक ही है मंदिर और मस्जिद गिराने वाले। मैं ਇੱਥੇ ਆਪਣੇ ਬੇਟੇ ਨੂੰ ਲੈ ਕੇ ਆਇਆ ਸੀਗਾ ਜੀ, ਜੋ 1.5 ਮਹੀਨੇ ਦਾ ਸੀਗਾ, ਤਾਂ weight ਥੋੜਾ ਵੀਕ ਹੋਣ ਦੇ ਕਰਕੇ ਤੇ ਇੱਥੇ ਇਲਾਜ ਚੱਲਦਾ ਪਿਆ। ਬਟ ਇੱਥੇ ਜਿਹੜੇ ਆਉਂਦੇ ਆ NGO ਵਾਲੇ, ਜਿਸ ਤਰ੍ਹਾਂ ਕਹਿੰਦਾ ਸੰਸਥਾਨ ਵਾਲੇ, ਬਹੁਤ ਵਧੀਆ ਭਾਜੀ। ਗਰੀਬ ਦੀ ਮਦਦ ਕਹਿੰਦੇ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ। बहुत अच्छा है मैडम, गरीब आदमी के लिए बहुत अच्छा है। जैसे खाना वैसे हम बहुत अच्छा सर, बहुत महंगा बहुत महंगा है। गरीब आदमी के लिए बहुत अच्छा सहारा है, बहुत अच्छा सर्विस भी। टाइम खाना मिलता है यहाँ तो एक टाइम ये मिलता है दोपहर को। यहाँ सुबह भी देते हैं, शाम में भी देते, दोपहर को 2-3 टाइम खाते हैं। शुरुआत मेरे पिता जी ਵੱਲੋਂ ਕੀਤੀ ਗਈ ਸੀ 2011 ਸਾਲ ਦੇ ਵਿੱਚ, ਜਿਹਦੇ ਵਿੱਚ ਜਿੰਨੇ ਵੀ ਹਸਪੀਟਲ ਦੇ ਵਿੱਚ ਐਡਮਿਟ ਪੇਸ਼ੈਂਟਸ ਨੇ ਤੇ ਨਾਲ ਉਹਨਾਂ ਦੇ ਅਟੈਂਡੈਂਟਸ ਨੇ, ਸਾਰਿਆਂ ਨੂੰ ਭੋਜਨ ਦਿੱਤਾ ਜਾਂਦਾ ਜੀ, ਫ੍ਰੀ ਆਫ ਕਾਸਟ। ਇਹਦੇ ਨਾਲ ਸਾਡੀਆਂ ਹੋਰ ਵੀ ਜੋ ਵੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਸੰਸਥਾ ਵੱਲੋਂ ਦੀ, ਜਿਵੇਂ ਕਿ ਕੱਪੜੇ ਜਿਸ ਨੂੰ ਚਾਹੀਦੇ ਹੋਣ, ਕੋਈ ਦਵਾਈਆਂ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਕਮਲਦੀਪ ਕੌਰ। ਰੱਬੀ ਰੂਹਾਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤੇ ਅੱਜ ਅਸੀਂ ਪੁੱਜੇ ਹਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ, ਜਿੱਥੇ ਕਿ ਅਨਜਲ ਸੇਵਾ ਟਰਸਟ ਦੇ ਵੱਲੋਂ ਬੜੀ ਵਧੀਆ ਸੇਵਾ ਨਿਭਾਈ ਜਾ ਰਹੀ ਹੈ, ਜਿੱਥੇ ਮਰੀਜ਼ ਜਿਹੜੇ ਹੈਗੇ ਨੇ ਉਹਨਾਂ ਨੂੰ ਮੁਫਤ ਭੋਜਨ ਦਿੱਤਾ ਜਾਂਦਾ, ਉਹਨਾਂ ਦੇ ਰਿਸ਼ਤੇਦਾਰ ਜਿਹੜੇ ਨਾਲ ਹੁੰਦੇ ਨੇ ਉਹਨਾਂ ਨੂੰ ਵੀ ਮੁਫਤ ਭੋਜਨ ਜਿਹੜਾ ਉਹ ਖਵਾਇਆ ਜਾਂਦਾ। 3 ਟਾਈਮ ਦਾ ਜਿਹੜਾ ਭੋਜਨ ਹੈ ਉਹ ਛਕਾਇਆ ਜਾਂਦਾ। ਤਾਂ ਸ਼ਿਵਰਾਮ ਸਰੋਏ ਜਿਹੜੇ ਕਿ ਸਵਰਗਵਾਸ ਹੋ ਗਏ ਨੇ, ਉਹਨਾਂ ਦੇ ਵੱਲੋਂ ਇਸ ਟਰਸਟ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਉਹਨਾਂ ਦੇ ਪਰਿਵਾਰ ਦੇ ਵੱਲੋਂ, ਉਹਨਾਂ ਦੇ ਬੇਟਿਆਂ ਦੇ ਵੱਲੋਂ, ਰਿਸ਼ਤੇਦਾਰਾਂ ਦੇ ਵੱਲੋਂ ਇਸ ਟਰਸਟ ਨੂੰ ਬਖੂਬੀ ਚਲਾਇਆ ਜਾ ਰਿਹਾ ਹੈ। ਸੇਵਾ ਜਿਹੜੀ ਹੈ ਲਗਾਤਾਰ ਚਲਾਈ ਜਾ ਰਹੀ ਹੈ। ਤਾਂ ਸਾਡੇ ਨਾਲ ਸ਼ਿਵਰਾਮ ਸਰੋਏ ਜੀ ਦੇ ਬੇਟੇ ਹੈਗੇ ਨੇ ਰਾਜੀਵ। ਬਹੁਤ ਬਹੁਤ ਸਲੂਟ, ਅੱਛੀ ਸੇਵਾ ਤੁਸੀਂ ਜਿਹੜੀ ਕਰ ਰਹੇ ਹੋ। ਵੈਰੀ ਮਚ ਜੀ, ਧੰਨਵਾਦ। ਇਹ ਜੋ ਸ਼ੁਰੂਆਤ ਮੇਰੇ ਪਿਤਾ ਜੀ ਵੱਲੋਂ ਕੀਤੀ ਗਈ ਸੀ 2011 ਸਾਲ ਦੇ ਵਿੱਚ, ਜਿਹਦੇ ਵਿੱਚ ਜਿੰਨੇ ਵੀ ਹਸਪੀਟਲ ਦੇ ਵਿੱਚ ਐਡਮਿਟ ਪੇਸ਼ੈਂਟਸ ਨੇ ਤੇ ਨਾਲ ਉਹਨਾਂ ਦੇ ਅਟੈਂਡੈਂਟਸ ਨੇ, ਸਾਰਿਆਂ ਨੂੰ ਭੋਜਨ ਦਿੱਤਾ ਜਾਂਦਾ ਜੀ, ਫ੍ਰੀ ਆਫ ਕਾਸਟ। ਹਾਂਜੀ, ਇਹਦੇ ਨਾਲ ਸਾਡੀਆਂ ਹੋਰ ਵੀ ਜੋ ਵੀ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਨੇ ਸੰਸਥਾ ਵੱਲੋਂ ਦੀ, ਜਿਵੇਂ ਕਿ ਕੱਪੜੇ ਜਿਸ ਨੂੰ ਚਾਹੀਦੇ ਹੋਣ, ਕੋਈ ਦਵਾਈਆਂ, ਜੀਵਨ ਰੱਖਿਅਕ ਦਵਾਈਆਂ ਹੋ ਗਈਆਂ, ਜਾਂ ਜਦੋਂ ਵੀ ਸਾਨੂੰ ਕੋਈ ਰਿਕੁਆਇਰਮੈਂਟ ਹੁੰਦੀ ਹੈ ਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਸਿਵਲ ਹਸਪੀਟਲ ਪ੍ਰਸ਼ਾਸਨ ਵੱਲੋਂ, ਉਹ ਪੂਰੀ ਕੀਤੀ ਜਾਂਦੀ ਹੈ ਜੀ। ਕੀ ਸੋਚ ਕੇ ਜਿਹੜੀ ਸ਼ੁਰੂਆਤ ਕੀਤੀ ਗਈ ਸੀ? ਇਹ ਬਸ ਮੇਰੇ ਪਿਤਾ ਜੀ ਨੂੰ ਸ਼ੁਰੂ ਤੋਂ ਲਗਨ ਸੀ ਜੀ, ਸ਼੍ਰੀ ਸ਼ਿਵਰਾਮ ਸਰੋਏ ਜੀ ਨੂੰ, ਮਨੁੱਖਤਾ ਦੀ ਸੇਵਾ ਦੀ। ਬਸ ਉਹਨਾਂ ਨੇ ਬਹੁਤ ਉਸ ਲਗਨ ਦੇ ਕਰਕੇ ਇਸ ਸੰਸਥਾ ਨੂੰ ਇਸ ਮੁਕਾਮ ਤੱਕ ਲੈ ਕੇ ਆਂਦਾ ਜੀ। ਤਾਂ ਜਿੱਥੇ ਕਿੰਨਾ ਸਮਾਂ ਜਿਹੜਾ ਖਾਣਾ ਚੱਲਦਾ ਇੱਥੇ? ਇਹ ਸਵੇਰੇ ਹੁੰਦਾ ਜੀ ਬ੍ਰੇਕਫਾਸਟ ਸਾਡਾ, ਉਸ ਤੋਂ ਬਾਅਦ ਦੁਪਹਿਰੇ ਲੰਚ ਹੁੰਦਾ ਜੀ, 1 ਤੋਂ ਲੈ ਕੇ 4 ਵਜੇ ਤੱਕ ਚੱਲਦਾ ਰਹਿੰਦਾ ਜੀ। ਹਾਂਜੀ, ਤੇ ਰਾਤ ਨੂੰ ਬੈੱਡ ਟੂ ਬੈੱਡ ਜਾਂਦਾ ਜੀ, ਸਾਰਿਆਂ ਵਾਸਤੇ ਪੈਕ ਹੋ ਕੇ ਖਾਣਾ। ਜਿਵੇਂ ਹੁਣ ਦੇਖਿਆ ਇੱਥੇ ਵੀ ਜਿਹੜੇ ਮਰੀਜ਼ ਹੈਗੇ ਨੇ ਹੈ ਨਾ, ਜਿਹੜੇ ਚੱਲ ਫਿਰ ਸਕਦੇ ਆ ਉਹ ਤਾਂ ਲੈ ਜਾਂਦੇ ਨੇ ਖਾਣਾ, ਜਿਹੜੇ ਹੁਣ ਬੈੱਡ ਦੇ ਉੱਪਰ ਹੈਗੇ ਨੇ ਉਹਨਾਂ ਤੱਕ ਕਿਵੇਂ ਪਹੁੰਚਾਉਂਦੇ ਹੋ? ਬੈੱਡ ਟੂ ਬੈੱਡ ਇੱਦਾਂ ਜਾਂਦਾ ਜੀ ਮੈਡਮ, ਦੁਪਹਿਰ ਦੇ ਟਾਈਮ ਜੋ ਹੁੰਦਾ ਸਾਡਾ ਵਲੰਟੀਅਰ ਨਾਲ ਜਾਂਦੇ ਨੇ ਜੀ ਉੱਪਰ, ਜੋ ਅਨਨੋਨ ਪੇਸ਼ੈਂਟਸ ਨੇ ਜਾਂ ਨਹੀਂ ਚੱਲ ਫਿਰ ਸਕਦੇ, ਜਿਹੜੇ ਵੀ ਔਰਥੋ ਦੇ ਪੇਸ਼ੈਂਟਸ ਨੇ, ਉਹਨਾਂ ਨੂੰ ਬੈੱਡ ਟੂ ਬੈੱਡ ਦਿੱਤਾ ਜਾਂਦਾ ਜੀ ਖਾਣਾ। ਬਾਕੀ ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਦੇ ਅਟੈਂਡੈਂਟ ਨਾਲ ਆ ਕੇ ਭੋਜਨ ਲੈ ਜਾਂਦੇ ਨੇ। ਹਾਂਜੀ। ਤੇ ਰਾਜੀਵ ਜੀ, ਕਿੰਨਾ ਕੁ ਐਸਟੀਮੇਟ ਹੈ, ਕਿੰਨੇ ਕੁ ਲੋਕਾਂ ਦਾ ਖਾਣਾ ਜਿਹੜਾ ਹੈਗਾ ਬਣਦਾ ਹੋਊਗਾ ਇੱਕ ਟਾਈਮ ਦੀ, ਜੇ ਅਸੀਂ ਗੱਲ ਕਰੀਏ? ਅਸੀਂ ਅਗਰ ਦੁਪਹਿਰ ਦੀ ਗੱਲ ਕਰੀਏ ਤਾਂ 600 ਤੋਂ ਲੈ ਕੇ 800 ਤੱਕ ਬੰਦਿਆਂ ਦਾ ਭੋਜਨ ਤਿਆਰ ਹੁੰਦਾ ਜੀ, ਕਿਉਂਕਿ OPD ਹੁੰਦੀ ਹੈ ਜੀ ਉਸ ਟਾਈਮ। ਕੋਈ ਜਿਹੜੇ ਕਿ ਕੋਈ ਟੈਸਟ ਕਰਵਾਉਣ ਵਾਲੇ ਹੁੰਦੇ ਨੇ, ਉਹਨਾਂ ਨੇ ਕੋਈ ਫਾਸਟਿੰਗ ਦੇ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਟੈਸਟ ਦੇ ਵਾਸਤੇ ਵੇਟ ਕਰਨੀ ਪੈਂਦੀ ਹੈ ਜੀ, ਤਾਂ ਉਹਨਾਂ ਵਾਸਤੇ ਸਾਡਾ ਤਕਰੀਬਨ 12 ਵਜੇ ਤੋਂ ਚਾਲੂ ਕਰ ਦਈਦਾ ਜੀ ਅਸੀਂ ਖਾਣਾ।
ਤੇ ਕਈ ਵਾਰੀ ਹੁੰਦਾ ਰਾਜੀਵ ਜੀ, ਜਿਵੇਂ ਹੁਣ ਜਿਹੜੇ ਪੇਸ਼ੈਂਟ ਹੁੰਦੇ ਨੇ ਹਨਾ, ਉਹਨਾਂ ਦੀ ਡਾਈਟ ਅਲੱਗ ਹੁੰਦੀ ਹੈ ਨਾ, ਕਈਆਂ ਨੂੰ ਹਲਕਾ ਖਾਣਾ ਹੁੰਦਾ, ਮਸਾਲੇਦਾਰ ਨਹੀਂ ਖਾਣਾ, ਫਿਰ ਉਹ ਚੀਜ਼ ਦਾ ਫਿਰ ਤੁਸੀਂ ਕਿਵੇਂ ਧਿਆਨ ਰੱਖਦੇ ਹੋ ਜਾਂ ਫਿਰ ਡਾਕਟਰ ਨਾਲ ਗੱਲਬਾਤ ਹੁੰਦੀ ਹੈ ਤੁਹਾਡੀ? ਸਾਡਾ ਜੋ ਵੀ ਤਿਆਰ ਹੁੰਦਾ ਜੀ, ਦਾਲ ਸਬਜ਼ੀ ਇਹਨਾਂ ਦੇ ਵਿੱਚ ਲਾਈਟ ਹੁੰਦਾ ਜੀ, ਸਾਰਾ ਮਸਾਲਾ ਘਰ ਵਾਂਗੂ ਤਿਆਰ ਕੀਤਾ ਜਾਂਦਾ ਜੀ, ਹਾਈਜੀਨਿਕਲੀ ਹੁੰਦਾ ਜੀ, ਮਸ਼ੀਨਾਂ ਨਾਲ ਤਿਆਰ ਕੀਤਾ ਜਾਂਦਾ ਹੈ। ਤੇ ਦੂਸਰੀ ਗੱਲ, ਜੇ ਕੋਈ ਮਿੱਠਾ ਵੀ ਹੁੰਦਾ ਉਹਦੇ 'ਚ ਮਿੱਠਾ ਲਾਈਟ ਹੀ ਰੱਖੀਦਾ ਜੀ। ਉਸ ਤੋਂ ਬਾਅਦ ਜਦੋਂ ਕੋਈ ਡਾਕਟਰ ਸਾਹਿਬ ਦੇ ਵੱਲੋਂ ਦੀ ਸਾਨੂੰ ਹਦਾਇਤ ਹੁੰਦੀ ਹੈ ਵੀ ਇਹਨਾਂ ਪੇਸ਼ੈਂਟਸ ਨੂੰ ਆਹ ਚੀਜ਼ਾਂ ਦੀ ਰਿਕੁਆਇਰਮੈਂਟ ਆ, ਅਸੀਂ ਉਹ ਵੀ ਪੂਰੀ ਕਰਵਾਉਂਦੇ ਹਾਂ ਜੀ। ਜੀ। ਤੇ ਰਾਜੀਵ ਜੀ, ਕੋਈ ਮੈਨੂ ਵਗੈਰਾ ਵੀ ਹੁੰਦਾ ਜਾਂ ਦਿਨ ਵਾਈਜ਼ ਕੋਈ ਤੁਸੀਂ ਸਬਜ਼ੀ ਦਾਲ ਵਗੈਰਾ ਬਣਾਉਂਦੇ ਹੋਵੋਗੇ? ਸੀਜ਼ਨਲ ਹੁੰਦਾ ਜੀ, ਜਦੋਂ ਸੀਜ਼ਨਲ ਹੁਣ ਸਬਜ਼ੀਆਂ ਚੱਲ ਰਹੀਆਂ ਨੇ, ਸਬਜ਼ੀਆਂ ਜਿਹੜੀ ਸੀਜ਼ਨ ਦੇ ਵਿੱਚ ਆ ਗਈ ਉਹ ਚਲਾਉਂਦੇ ਆ ਜੀ, ਜੋ ਵੀ ਪੇਸ਼ੈਂਟ ਦੀ ਹੈਲਥ ਦੇ ਮੁਤਾਬਕ ਸਹੀ ਹੈ ਜੀ। ਬਾਕੀ ਦਾਲ ਹੁੰਦੀ ਹੈ ਜੀ ਡੇਲੀ, ਚਾਵਲ, ਚਪਾਤੀ, ਅਚਾਰ, ਸੈਲਡ, ਇਹ ਸਾਰਾ ਹੁੰਦਾ ਜੀ। ਤੇ ਸਟਾਫ ਵੀ ਤੁਸੀਂ ਰੱਖਿਆ ਹੋਏਗਾ ਨਾ ਖਾਣਾ ਬਣਾਉਣ ਦੇ ਲਈ, ਰੋਟੀਆਂ ਬਣਾਉਣ ਦੇ ਲਈ, ਹੈ ਨਾ? ਫਿਰ ਉਸ ਸਟਾਫ ਨੂੰ ਸਾਰਾ ਪੇ ਕਰਦੇ ਹੋ ਤੁਸੀਂ? ਨਹੀਂ, ਪੇ ਨਹੀਂ ਸੰਸਥਾ ਵੱਲੋਂ ਕੀਤਾ ਜਾਂਦਾ ਜੀ। ਕੁਝ ਸਾਡੇ ਨਾਲ ਸਹਿਯੋਗੀ ਸੱਜਣ ਨੇ ਜੀ, ਉਹ ਬਸ ਆਪਣੇ ਸ਼ੌਂਕ ਦੇ ਨਾਲ ਹੀ ਸਾਡੇ ਨਾਲ ਸੇਵਾ ਦੇ ਵਿੱਚ ਜੁੜ ਗਏ ਜੀ, ਪਿਤਾ ਜੀ ਦੇ ਕਰਕੇ ਨਾ ਉਹਨਾਂ ਦੇ ਮੋਟੀਵੇਟ ਕੀਤਾ ਚਾਹੇ ਕੋਈ ਗਿਆ। ਖਾਣਾ ਬਣਾਉਣਾ, ਚਾਹੇ ਦਾਲ, ਕੋਈ ਸਬਜ਼ੀ, ਕੁਝ ਵੀ ਬਣਾਉਣਾ। ਹਾਂਜੀ ਹਾਂਜੀ, ਉਹ ਸਾਰਾ ਬਣਾਉਂਦੇ ਨੇ ਜੀ। ਤੇ ਹੁਣ ਜਿਹੜਾ ਤੁਸੀਂ ਸੌਦੇ ਪੱਤੇ ਦੀ ਵੀ ਲੋੜ ਹੁੰਦੀ, ਕਿਵੇਂ ਵੀਕਲੀ ਲਿਆਉਂਦੇ ਹੋ ਜਾਂ ਫਿਰ ਮਹੀਨੇ ਦਾ ਇਕੱਠਾ ਰਾਸ਼ਨ ਆਉਂਦਾ ਤੁਹਾਡਾ? ਸਾਡਾ ਇਕੱਠਾ ਰਾਸ਼ਨ ਆਉਂਦਾ ਜੀ। ਹਾਂਜੀ, ਜਦੋਂ ਕਿਤੇ ਛੋਟੀ ਮੋਟੀ ਜ਼ਰੂਰਤ ਹੁੰਦੀ ਹੈ ਕਿ ਦਾਨੀ ਸੱਜਣ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਸਾਡੀ ਰਿਕੁਆਇਰਮੈਂਟ ਪੂਰੀ ਕਰ ਦਿੰਦੇ ਨੇ। ਕੁਝ ਆਟਾ ਭੇਜ ਦਿੰਦਾ, ਕੋਈ ਜੋ ਵੀ ਆਪਣੀ ਕਿਚਨ 'ਚ ਸਮਾਨ ਦੀ ਜ਼ਰੂਰਤ ਹੁੰਦੀ ਹੈ ਉਹ ਭੇਜਿਆ ਜਾਂਦਾ ਜੀ। ਰਾਜੀਵ ਜੀ, ਜ਼ਰੂਰਤਮੰਦ ਹੋਰ ਵੀ ਬਹੁਤ ਹੈਗੇ ਨੇ, ਹਨਾ? ਹਾਲਾਂਕਿ ਹਸਪਤਾਲਾਂ ਤੱਕ ਸੀਮਤ ਨਹੀਂ, ਬਹੁਤ ਲੋਕਾਂ ਨੂੰ ਲੋੜ ਹੈਗੀ ਆ। ਕਦੇ ਤੁਹਾਡੀ ਅੱਗੇ ਇਹ ਵੀ ਕੋਈ ਹੈ ਯੋਜਨਾ ਜਾਂ ਤੁਸੀਂ ਘਰਾਂ ਤੱਕ ਵੀ ਕਿਸੇ ਨੂੰ ਖਾਣਾ ਪਹੁੰਚਾ ਸਕੋ? ਬਿਲਕੁਲ ਜੀ, ਸਾਡੀ ਅੱਗੇ ਫਰਦਰ ਇੱਕ ਪਲਾਨ ਚੱਲ ਰਿਹਾ ਕਿ ਅਸੀਂ ਜਿਹੜੇ ਕਿ ਬਜ਼ੁਰਗ ਦੰਪਤੀ ਨੇ ਜਾਂ ਕੋਈ ਸਿੰਗਲ ਬਜ਼ੁਰਗ ਹੈ ਜੀ, ਉਹਨਾਂ ਨੂੰ ਅਸੀਂ ਉਹਨਾਂ ਦੇ ਘਰ ਦੇ ਵਿੱਚ ਹੀ ਡਾਈਟ ਪ੍ਰੋਵਾਈਡ ਕਰਾਵਾਂਗੇ ਜੀ। ਉਹਨਾਂ ਸਾਡੇ ਵਲੰਟੀਅਰ ਦੇ ਜਾਇਆ ਕਰਨਗੇ ਉਹਨਾਂ ਨੂੰ ਭੋਜਨ, ਤਿੰਨੋਂ ਟਾਈਮ ਫਰੈਸ਼। ਰਾਜੀਵ ਜੀ, ਖਰਚਾ ਬਹੁਤ ਆ ਜਾਂਦਾ ਹੋਊਗਾ, ਹਨਾ? ਜਿਸ ਮੈਂ ਦੇਖਿਆ ਤੁਹਾਡਾ ਰਾਸ਼ਨ ਵੀ ਬਹੁਤ ਪਿਆ, ਕਿਵੇਂ ਫਿਰ ਸਾਰੀ ਸੈਟਿੰਗ ਹੁੰਦੀ ਹੈ? ਇਹ ਕੋਈ ਸਹਿਯੋਗ ਕੋਈ ਸਰਕਾਰ ਵੱਲੋਂ ਆਉਂਦਾ ਜਾਂ ਫਿਰ ਸਿਰਫ ਦਾਨੀ ਸੱਜਣਾ ਤੇ ਹੀ ਚੱਲਦਾ ਸਾਰਾ? ਇਹ ਸਾਰਾ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੈ ਜੀ। ਸ਼ਹਿਰ ਵਾਸੀਆਂ ਦਾ ਬਹੁਤ ਭਰਮਾ ਸਾਨੂੰ ਹੁੰਗਾਰਾ ਮਿਲਦਾ ਜਦੋਂ ਵੀ ਅਸੀਂ ਕਿਸੇ ਵੀ ਚੀਜ਼ ਦੇ ਲੈ ਕੇ ਚੱਲਦੇ ਹਾਂ। ਬਸ ਉਹੀ ਪਿਤਾ ਜੀ ਦੇ ਆਸ਼ੀਰਵਾਦ ਦੇ ਨਾਲ ਚੱਲੇ ਹੋਏ ਆ ਜੀ। ਉਹਨਾਂ ਦੇ ਜੋ ਵੀ ਸੰਗੀ ਸਾਥੀ ਸੀਗੇ ਉਹ ਸਾਡੇ ਨਾਲ ਅੱਜ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ। ਹੋਂਦ ਕਿਵੇਂ ਹੋਈ ਸੀਗੀ ਇਸ ਹਸਪਤਾਲ ਦੇ ਵਿੱਚ? ਤੁਸੀਂ ਆਪਣੀ ਕਿਵੇਂ ਬਿਲਡਿੰਗ ਤਿਆਰ ਕੀਤੀ, ਕਿਵੇਂ ਅੱਗੇ ਜਿਹੜੀ ਪੂਰੀ ਚਲਾਈ ਸੀਗੀ ਆਪਣੀ ਟਰਸਟ? ਹਾਂਜੀ, ਇਹ ਪਹਿਲਾਂ ਅਸੀਂ ਓਪਨ ਲਗਾ ਰਹੇ ਸੀਗੇ ਜੀ ਲੰਗਰ। ਫਿਰ ਉਸ ਟਾਈਮ ਦੇ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਸ਼੍ਰੀ ਸਤਪਾਲ ਗੋਸਾਈ ਜੀ ਵੱਲੋਂ ਦੀ ਇੱਥੇ ਜਗ੍ਹਾ ਦਾ ਨੀਂਹ ਪੱਥਰ ਰੱਖ ਕੇ ਬਣਵਾਇਆ ਗਿਆ ਜੀ। ਸੰਸਥਾ ਨੇ ਆਪਣੇ ਫੰਡ ਦੇ ਨਾਲ ਬਿਲਡਿੰਗ ਨੂੰ ਰੇਜ਼ ਕੀਤਾ, ਫਿਰ ਜੋ ਵੀ ਕਿਚਨ ਦਾ ਸੈਟਅਪ ਕੀਤਾ ਸਾਰਾ ਜੀ। ਹਾਂਜੀ, ਤਾਂ ਟਰਸਟ ਦੇ ਹੋਰ ਵੀ ਮੈਂਬਰ ਸਾਡੇ ਨਾਲ ਹੈਗੇ, ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਰਹੇ ਹਾਂ। ਕੀ ਕਹਿਣਾ ਚਾਹੋਗੇ, ਜਿਵੇਂ ਅੱਜ ਕੱਲ੍ਹ ਬਹੁਤ ਸਾਰੀਆਂ ਸੇਵਾ ਚੱਲ ਰਹੀਆਂ ਨੇ, ਹੈ ਨਾ? ਕੀ ਕਹਿਣਾ ਚਾਹੋਗੇ ਜੀ ਇਸ ਸੰਸਥਾ ਨਾਲ? ਮੈਡਮ, ਸੇਵਾ ਤਾਂ ਬਹੁਤ ਚਲਦੀਆਂ ਪਈਆਂ ਨੇ, ਪਰ ਦਿਲੋਂ ਬਹੁਤ ਘੱਟ ਸੰਸਥਾਵਾਂ ਨੇ ਜਿਹੜੀਆਂ ਕੰਮ ਕਰ ਰਹੀਆਂ ਨੇ। ਤੇ ਜਿਹੜੀ ਸਾਡੀ ਸੰਸਥਾਵਾਂ ਹੈ ਉਹ ਵੀ ਇਹਨਾਂ ਦੇ ਵਿੱਚੋਂ ਇੱਕ ਹੈਗੀ ਕਿ ਵੀ ਆਪਾਂ ਦਿਲੋਂ ਜੁੜੇ ਹੋਏ ਹਾਂ ਤੇ ਦਇਆ ਭਾਵ ਦੇ ਨਾਲ ਆਪਾਂ ਇਨਸਾਨੀਅਤ ਦੇ ਨਾਤੇ ਜੋ ਵੀ ਹੁੰਦਾ ਸਾਡੇ ਕੋਲ ਜਿੰਨਾ ਹੋ ਸਕੇ ਉਹਨਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਬਈ ਸਪੋਰਟ ਕੀਤਾ ਜਾਵੇ। ਤੁਸੀਂ ਡੇਲੀ ਫਿਰ ਇੱਥੇ ਸੇਵਾ ਕਰਨ ਆਉਂਦੇ ਹੋ? ਡੇਲੀ ਤਾਂ ਨਹੀਂ ਮੈਡਮ, ਜਦੋਂ ਵੀ ਮੌਕਾ ਲੱਗਦਾ ਹੈਗਾ ਤੇ ਜਦੋਂ ਵੀ ਟਾਈਮ ਲੱਗਦਾ ਹੈਗਾ ਤੇ ਜਿੰਨਾ ਹੋ ਸਕਦਾ ਸਾਥ ਨਾਲ ਖੜਦੇ ਹੈਗੇ ਇਹਨਾਂ ਦੇ। ਹਾਂਜੀ। ਪੜ੍ਹਦੇ ਹੋ ਤੁਸੀਂ, ਕੁਝ ਜੌਬ ਵਗੈਰਾ ਕਰਦੇ ਹੋ? ਹਾਂਜੀ, ਮੈਂ ਕੀ ਕਹਿੰਦੇ LLB ਕੀਤੀ ਹੋਈ ਹੈ ਜੀ। ਹਾਂਜੀ, ਰੀਸੈਂਟਲੀ, ਤੇ ਸਾਈਡ ਬਾਈ ਸਾਈਡ ਪ੍ਰੋਪਰਟੀ ਦਾ ਕੰਮ ਸੰਭਾਲਦਾ ਹੈਗਾ ਆਪਣਾ। ਹਾਂਜੀ। ਕਿਵੇਂ ਸਮਾਂ ਕੱਢ ਲਿਆ? ਉਹਨੇ ਕਹਿੰਦੇ ਇਨਸਾਨ ਬਹੁਤ ਅੱਜ ਕੱਲ੍ਹ ਬਿਜ਼ੀ ਹੈ ਨਾ, ਹਰ ਇੱਕ ਨੂੰ ਆਪਣੇ ਕੰਮਾਂ ਕਰਦਾ, ਪਰਿਵਾਰ ਤੱਕ ਸੀਮਤ ਹੈ, ਪਰ ਤੁਸੀਂ ਫਿਰ ਵੀ ਸਮਾਂ ਕੱਢ ਕੇ ਉਹਨਾਂ ਸੇਵਾ ਕਰਦੇ ਹੋ। ਕੀ ਕਹਿਣਾ ਚਾਹੋ? ਬਸ ਮੈਡਮ, ਟਾਈਮ ਕੱਢਣਾ ਚਾਹੀਦਾ ਹੈਗਾ ਸਾਨੂੰ ਕਿ ਅਸੀਂ ਇਸ ਦੁਨੀਆ ਦੇ ਵਿੱਚ ਆਏ ਹਾਂ ਤੇ ਇਨਸਾਨੀਅਤ ਨਾਤੇ ਸਾਨੂੰ ਥੋੜ੍ਹਾ ਬਹੁਤ ਕਿਸੇ ਲਈ ਖੜਨਾ ਚਾਹੀਦਾ ਹੈਗਾ। ਆਪਣਾ ਕਰਮ ਚੰਗੇ ਕਰਨੇ ਚਾਹੀਦੇ। ਅਸੀਂ ਇਕੱਲੇ ਪੈਸੇ ਕਮਾਉਣ ਨਹੀਂ ਆਏ ਹੈਗੇ ਤੇ ਸੇਵਾ ਸਾਨੂੰ ਕਰਨੀ ਚਾਹੀਦੀ ਸਾਰਿਆਂ ਨੂੰ, ਚਾਹੇ ਕੋਈ ਛੋਟਾ ਹੈ ਤੇ ਚਾਹੇ ਕੋਈ ਵੱਡਾ, ਸਾਰਿਆਂ ਨੂੰ ਸੇਵਾ ਕਰਨੀ ਚਾਹੀਦੀ ਹੈ। ਤਾਂ ਸ਼ਿਵਰਾਮ ਸਰੋਈ ਜੀ ਦੇ ਪਰਿਵਾਰਕ ਮੈਂਬਰ ਭਰਾ ਸਾਡੇ ਨਾਲ ਹੈਗੇ ਨੇ ਨਾ। ਕੀ ਨਾਮ ਹੈ ਜੀ ਤੁਹਾਡਾ? ਵੈਲਕਮ ਜੀ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ। ਮੇਰਾ ਨਾਮ ਰਾਮਜੀ ਦਾਸ ਸਰੋਏ ਜੀ। ਇਹ ਜਿਹੜੇ ਕਿ ਸਾਡੇ ਮਹਾਨ ਵੀਰ ਸ਼ਿਵਰਾਮ ਸਰੋਏ ਜੀ ਜਿਹੜੇ ਕਿ ਗੁਰੂ ਮਹਾਰਾਜ ਦੇ ਚਰਨਾਂ 'ਚ ਵਿਰਾਜਮਾਨ ਹੋ ਗਏ ਨੇ, ਉਹਨਾਂ ਦੀ ਇਹ ਜਿਹੜੀ ਲਗਨ ਸੀ ਪਹਿਲਾਂ ਤੋਂ ਹੀ। ਔਰ ਇਹ ਅੰਜਲ ਸੇਵਾ ਟਰੱਸਟ ਜਿਹੜੀ ਕਿ 13-14 ਸਾਲ ਹੋ ਗਏ ਆ ਇਹਨਾਂ ਦਾ ਇੱਥੇ ਸਟਾਰਟ ਕੀਤੀ ਨੂੰ। ਪਹਿਲਾਂ ਇਹ ਘਰੋਂ ਬਣ ਕੇ ਆਉਂਦੀ ਸੀ 4 ਮਹੀਨੇ, ਜਿਹੜੇ ਕਿ ਸਾਡੇ ਪਰਿਵਾਰ ਮੈਂਬਰ ਸੀ, ਸਾਡੀ ਵਾਈਫ ਸੀ, ਉਹ ਜਿਹੜੇ ਕਿ ਘਰੋਂ ਬਣਾ ਕੇ ਇੱਥੇ ਭੋਜਨ ਨੂੰ ਭੇਜਦੇ ਸੀ। ਰੇਹੜੇ ਦੇ ਵਿੱਚ ਲਿਆਉਂਦੇ ਸੀ ਇਹ
ਜਿਹੜਾ ਕਿ ਸਾਨੂੰ ਉਹ ਟਾਈਮ ਯਾਦ ਆ। ਔਰ ਜਿਹੜਾ ਕਿ ਇੱਕ ਇਹ ਦਰਖਤ ਐਸਾ ਬਣ ਚੁੱਕਾ ਹੈ ਜਿਹੜਾ ਕਿ ਅਮਰ ਹੋ ਗਿਆ ਹੈ। ਇਹ ਕਿਉਂਕਿ ਮਿਹਨਤ ਸਾਰੀ ਸਾਡੇ ਵੀਰ ਸ਼ਿਵਰਾਮ ਸਰੋਏ ਦੀ ਆ, ਜਿਹੜੇ ਇੱਕ ਮਹਾਨ ਸੰਤ ਕਰਮਯੋਗੀ ਸਨ। ਉਹਨਾਂ ਨੂੰ ਕੋਈ ਵੀ ਐਸੀ ਕਿਸੇ ਨਾਲ ਕੋਈ ਐਸੀ ਕੋਈ ਭੇਦਭਾਵ ਨਹੀਂ ਸੀ ਹੈਗਾ। ਮਨੁੱਖਤਾ ਦੀ ਸੇਵਾ ਦੇ ਵਿੱਚ ਉਹ ਹਮੇਸ਼ਾ ਹੀ ਜੁੜੇ ਰਹਿੰਦੇ ਸੀ। 2 ਵਜੇ ਰਾਤ ਨੂੰ ਮੋਬਾਈਲ ਆਉਣਾ ਤਾਂ ਵੀ ਉਹਨਾਂ ਨੇ ਕਹਿਣਾ ਨਹੀਂ ਮੈਂ ਕਰਕੇ ਆਉਣਾ ਕੰਮ। ਇੰਨੇ ਸਮਰਪਿਤ ਸੀ ਉਹ। ਕਿਉਂਕਿ ਅਸੀਂ ਤਾਂ ਧੰਨ ਹੋ ਗਏ ਆ, ਸਾਡੇ ਸਰੋਏ ਪਰਿਵਾਰ ਦੇ ਵਿੱਚ ਐਸੇ ਸੰਤ ਨੇ ਜਨਮ ਲਿਆ ਤੇ ਸਾਡਾ ਵੀ ਜੀਵਨ ਸਫਲ ਹੋ ਗਿਆ ਹੈ। ਕਿਉਂਕਿ ਅਸੀਂ ਮੈਂ ਉਹਨਾਂ ਨਾਲੋਂ 10 ਸਾਲ ਬੜਾ ਹੈ। ਦੇਖੋ ਬੜਾ ਇੱਕ ਠੇਸ ਵੀ ਲੱਗਦੀ ਹੈ, ਲੇਕਿਨ ਇੱਦਾਂ ਦੇ ਉਹਨਾਂ ਦੇ ਕਾਰਨਾਮੇ ਦੇਖ ਕੇ ਇੱਕ ਆਨੰਦ ਵੀ ਆਉਂਦਾ ਹੈ। ਨਾ ਕੋਈ ਬੈਰੀ ਨਾ ਕੋਈ ਬੇਗਾਨਾ। ਇਹ ਜਿਹੜੇ ਫਲਸਫੇ ਨੂੰ ਸਮਝਦੇ ਹੋਏ ਮਨੁੱਖਤਾ ਦੀ ਸੇਵਾ, ਨਰ ਸੇਵਾ, ਨਾਰਾਇਣ ਸੇਵਾ ਨੂੰ ਜਾਣਦੇ ਹੋਏ ਕਰਮ ਕੀਤਾ ਹੈ। ਇਹ ਮੈਂ ਕਹਿੰਦਾ ਇਹ ਇੱਦਾਂ ਹੀ ਚੱਲਦਾ ਰਹੇਗਾ। ਕਿਉਂਕਿ ਉਹਨਾਂ ਦੇ ਬੂਟੇ ਲਾਏ ਗਏ ਆ ਦਿਲਾਂ ਦੇ ਵਿੱਚੋਂ। ਰੋਜ਼ ਉਹਨਾਂ ਦੀ ਯਾਦ ਵੀ ਆਉਂਦੀ ਹੈ। ਇਹ ਨਹੀਂ ਹੈ ਇੱਕ ਜ਼ਿੰਮੇਵਾਰੀ ਸੀ ਪਰਿਵਾਰ ਦੇ ਵਿੱਚ ਵੀ ਸਮਾਜ ਦੇ ਵਿੱਚ ਵੀ ਵਿਚਰਨਾ ਪੈਂਦਾ। ਅੱਗੇ ਉਹਨਾਂ ਦੇ ਬੇਟੇ ਮੇਰੇ ਭਤੀਜੇ ਆ ਸ਼ਿਵਰਾਮ, ਆਪਣਾ ਰਜੀਵ ਸਰੋਏ ਜੀ, ਰਿਸ਼ੀ ਸਰੋਏ ਜੀ, ਉਹ ਵੀ ਇਹ ਆਪਣਾ ਪੜ੍ਹਾਈ ਦੇ ਨਾਤੇ ਅੱਗੇ ਉਹਦੇ ਵਿੱਚ ਵੀ ਉਹ ਦੇਖੋ ਆਪਣਾ ਯੋਗਦਾਨ ਪਾ ਰਹੇ ਆ। ਸੱਚੇ ਪਾਤਸ਼ਾਹ ਗੁਰੂ ਮਹਾਰਾਜ ਉਹਨਾਂ 'ਤੇ ਮਿਹਰ ਕਰੇ। ਕਿਉਂਕਿ ਮੈਂ ਤਾਂ ਇੰਨੀ ਕੁ ਅਰਦਾਸ ਕਰ ਸਕਦਾ ਹਾਂ ਜਿਹੜੇ ਕਿ ਇਹ ਬੂਟੇ ਇਸੇ ਤਰ੍ਹਾਂ ਹਰੇ ਭਰੇ ਚੱਲਦੇ ਰਹਿਣ। ਮਨੁੱਖਤਾ ਦੀ ਸੇਵਾ ਜਿਹੜੀ ਨਰ ਸੇਵਾ, ਨਾਰਾਇਣ ਸੇਵਾ, ਨਾ ਕੋਈ ਬੈਰੀ ਨਾ ਕੋਈ ਬੇਗਾਨਾ, ਇਹਦੇ ਫਲਸਫੇ ਨੂੰ ਸਮਝੇ ਹੋਏ ਜਿਹੜਾ ਕਿ ਉਹਨਾਂ ਦਾ ਬੂਟਾ ਲੱਗਾ ਇੱਦਾਂ ਹੀ ਚੱਲਦਾ ਰਹੇ। ਇਹ ਕਿਉਂਕਿ ਸਾਰੇ ਦਾ ਸੰਯੋਗ ਆ, ਇਕੱਲਾ ਕੋਈ ਕੁਛ ਨਹੀਂ ਕਰ ਸਕਦਾ। ਜਿਹੜੇ ਇਹਦੇ ਵਿੱਚ ਜੁੜੇ ਆ ਉਹਨਾਂ ਨੂੰ ਵੀ ਦੇਖਿਆ ਜਿਵੇਂ ਕਾਬਲੀਅਤ ਸੀ, ਹੁਨਰ ਸੀ। ਕਿਉਂਕਿ ਹੁਣ ਆਪਣੇ ਲਈ ਕੁਛ ਨਹੀਂ ਕੀਤਾ, ਇੱਕ ਸਮਾਜ ਦੇ ਖਾਤਰ ਕੁਛ ਕਰ ਜਾਣਾ ਉਹ ਮਿਸਾਲ ਬਣ ਜਾਂਦਾ। ਸੋ ਇਹ ਸਭ ਕਿਰਪਾ ਮਾਲਿਕ ਦੀ ਆ। ਬੜੀਆਂ ਹਸਤੀਆਂ ਇੱਥੇ ਅੰਜਲ ਸੇਵਾ ਟਰਸਟ ਵਿੱਚ ਆਈਆਂ। ਮੈਂ ਨਾਮ ਹੁਣ ਕਿਹੜੇ ਲਵਾਂ। ਇਹ ਗੁਸਾਈ ਸਾਹਿਬ ਦੀ ਦੇਣ ਆ ਜਿਹੜਾ ਕਿ ਨੀਂਹ ਪੱਥਰ ਰੱਖਿਆ ਸੀ। ਉਹਨਾਂ ਨੇ ਇਹ ਗੱਲ ਕਹੀ ਸੀ, ਮੈਨੂੰ ਯਾਦ ਆ ਗਿਆ ਵੀ ਇਹ ਸ਼ਿਵਰਾਮ ਉਹਨਾਂ ਨੇ ਜਿਹੜੀ ਅੰਜਲ ਸੇਵਾ ਟਰਸਟ ਆ ਸ਼ੁਰੂ ਕੀਤੀ ਆ, ਲੇਕਿਨ ਮੈਂ ਨਹੀਂ ਸਮਝਿਆ 1 ਮਹੀਨਾ ਚੱਲੇ। ਜਿਹੜਾ ਕਿ ਹੁਣ ਦੇਖ ਲਓ ਤੁਸੀਂ ਇੱਥੇ ਦੇਖ ਰਹੇ ਆ। ਔਰ ਇਹ ਦੇਖੋ ਕਿੰਨੀ ਵਿਸ਼ਾਲ ਆਪਣਾ ਰੂਪ ਧਾਰਨ ਕਰ ਚੁੱਕੀ ਆ। ਸੋ ਮਿਹਰਬਾਨੀ ਗੁਰੂ ਮਹਾਰਾਜ ਕਿਰਪਾ ਕਰੇ ਤੇ ਉਹਨਾਂ ਨੂੰ ਵੀ ਇੱਕ ਜਿਹੜਾ ਆਪਣੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਤਾਂ ਦਊਗਾ। ਸਾਨੂੰ ਵਿਸ਼ਵਾਸ ਆ, ਲੇਖੇ ਲਾਊਗਾ, ਇਹ ਵੀ ਵਿਸ਼ਵਾਸ ਆ ਕਿਉਂਕਿ ਉਹ ਆਪ ਕਰਮਯੋਗੀ ਸੀ। ਬਹੁਤ ਮਿਹਰਬਾਨੀ, ਧੰਨਵਾਦ। ਅੱਗੇ ਵੀ ਟਰਸਟ ਨੂੰ ਤੁਸੀਂ ਹੋਰ ਵੀ ਅੱਗੇ ਕੁਝ ਜਿਵੇਂ ਲੰਗਰ ਤੱਕ ਸੀਮਤ ਰੱਖਣਾ ਜਾਂ ਹੋਰ ਵੀ ਕੁਝ ਸੇਵਾ ਤੁਸੀਂ ਸ਼ੁਰੂ ਕਰੋਗੇ? ਨਹੀਂ, ਇਸ ਤੋਂ ਇਲਾਵਾ ਦੇਖੋ ਇੱਕ ਨਾ ਉਹਨਾਂ ਨੇ ਜਿਹੜੀ ਆਪਣੀ ਦੀਵਾਰ ਸ਼ੁਰੂ ਕੀਤੀ ਸੀ ਕੱਪੜਿਆਂ ਦੀ, ਨਿੱਕੀ ਦੀ ਦੀਵਾਰ। ਦੇਖੋ ਉਹਨਾਂ ਦਾ ਇਹ ਦਿਮਾਗ ਦਾ ਇੱਕ ਨਾ ਸੋਚ ਸੀ, ਉਹਨਾਂ ਨੂੰ ਸ਼ੁਰੂ ਕੀਤੀ ਜਿਹੜੇ ਕਿ ਕੱਪੜੇ ਉੱਥੇ ਜ਼ਰੂਰਤਮੰਦ ਨੂੰ ਮਿਲਦੇ ਆ, ਜਿਹੜੇ ਕਿ ਆਪਣੇ ਆਮ ਜਨਤਾ ਹੈਗੀ ਅੱਛੇ ਹੈ ਉੱਥੇ ਦੇ ਦਿੰਦੇ ਆ। ਤੇ ਉਹ ਵੀ ਦੇਖੋ ਬਹਾਰਾਂ ਲੱਗੀਆਂ ਹੈਗੀਆਂ। ਉਹਨਾਂ ਦੀ ਸੋਚ ਇਹ ਹੁੰਦੀ ਸੀ। ਔਰ ਉਹਨਾਂ ਦੇ ਦਰਮਿਆਨ ਮੈਨੂੰ ਉਹਨਾਂ ਨਾਲ ਗੱਲ ਵੀ ਕੀਤੀ ਸੀ, ਮੈਨੂੰ ਯਾਦ ਆ। ਕਹਿੰਦੇ ਇੱਕ ਹੋਰ ਅਸੀਂ ਰਸੋਈ ਆਪਣਾ ਵੀਰੇ ਸ਼ੁਰੂ ਕਰ ਰਹੇ ਆ ਆਪਣਾ ਬਸਤੀ ਜੋਧੇਵਾਲ 'ਚ। ਉਹ ਵਿੱਚ ਹੀ ਰਹਿ ਗਈ ਗੱਲ ਕਿਉਂਕਿ ਉਹਨਾਂ ਦਾ ਫਿਰ ਜਿਹੜਾ ਕਿ ਡੈਥ ਹੋ ਗਈ। ਤੇ ਇੱਦਾਂ ਬੈਠੇ ਵੀ ਕਈ ਨਾ ਕਲਮਾਂ ਚਲਾਉਂਦੇ ਤੇ ਕਿੱਦਾਂ ਹੋਣਾ ਚਾਹੀਦਾ ਸਮਾਜ ਪ੍ਰਤੀ, ਮਨੁੱਖਤਾ ਦੇ ਪ੍ਰਤੀ। ਠੀਕ ਹੈ ਨਾ ਜੀ। ਜਿੱਦਾਂ ਬਾਣੀ ਦਾ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦਰਜ ਆ ਗੁਰੂ ਮਹਾਰਾਜ ਦੀ, ਬੇਗਮਪੁਰਾ ਸ਼ਹਿਰ ਕੋ ਨਾਓ ਦੁੱਖ ਅੰਦੋਜ ਨਹੀਂ ਤਿਉ ਥਾਓ, ਨਾ ਤਸਵੀਜ਼ ਕਰਾਜ ਨਾ ਮਾਲ ਨਾ ਖੌਫ ਨਾ ਖਤਾ ਨਾ ਤਰਸ ਜਵਾਲ। ਉਸ ਬੇਗਮਪੁਰੇ ਦੀ ਜਿਹੜੀ ਕਲਪਨਾ ਕੀਤੀ ਵੀ ਸਾਰੇ ਬਰਾਬਰਤਾ ਦਾ ਹੱਕ ਮਿਲੇ, ਇੱਕ ਹੋ ਜਾਣ, ਨੂਰ ਹੋਵੇ, ਨਾ ਕੋਈ ਬੈਰੀ ਹੋਵੇ ਨਾ ਕੋਈ ਬੇਗਾਨਾ ਹੋਵੇ, ਉੱਥੇ ਹਰ ਕੋਈ ਨੂੰ ਭੋਜਨ ਮਿਲੇ। ਉਹ ਜਿਹੜੀ ਗੁਰੂ ਮਹਾਰਾਜ ਦੀ ਕਲਪਨਾ ਸੀ ਸੱਚੇ ਪਾਤਸ਼ਾਹ ਸੱਚਖੰਡ ਦੀ, ਉਹਨਾਂ ਦੇ ਵਿੱਚ ਕਦੀ ਨਾ ਕਿ ਉਹਨਾਂ ਦੇ ਵਾਸਾ ਸੀ ਵੀ ਇੱਦਾਂ ਦੀ ਚੀਜ਼ ਹੋਣੀ ਚਾਹੀਦੀ ਆ। ਔਰ ਮੈਂ ਸਮਝਦਾ ਹੈ ਇਹਨਾਂ ਦੇ ਬੇਟੇ, ਸਾਡੇ ਭਤੀਜੇ, ਹੋਰ ਸਮਾਜ ਜਿਹੜਾ ਜੁੜਿਆ ਉਹ ਜ਼ਰੂਰ ਇਹਨੂੰ ਰੰਗ ਲਾਏਗਾ। ਸੱਚੇ ਪਾਤਸ਼ਾਹ ਮਿਹਰ ਕਰੇ। ਦਰਸ਼ਕ ਤੁਹਾਨੂੰ ਸੁਣ ਰਹੇ ਨੇ ਨਾ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਤੁਸੀਂ ਸੁਨੇਹਾ ਦੇਣਾ ਚਾਹੋਗੇ, ਕੁਝ ਖਾਸ ਅਪੀਲ ਕਰਨਾ ਚਾਹੋਗੇ? ਦੇਖੋ ਜੀ, ਸੁਨੇਹਾ ਤਾਂ ਜਿਹੜੀ ਅਪੀਲ ਤਾਂ ਮੈਂ ਇਹੀ ਕਰ ਸਕਦਾ, ਲੇਕਿਨ ਅਪੀਲ ਮੇਰੀ ਇਹੀ ਹੈ ਵੀ ਜਿਹੜਾ ਸਮਾਜ ਦੇ ਵਿੱਚ ਏਕਤਾ ਬੁਲੰਦ ਹੋਣੀ ਚਾਹੀਦੀ ਆ, ਬੈਰ ਵਿਰੋਧ ਨਫ਼ਰਤ ਜਿਹੜੀ ਆ ਉਹਨੂੰ ਦੂਰ ਕਰਨਾ ਚਾਹੀਦਾ ਹੈ। ਆਪਾਂ ਉਹ ਗੁਰੂ ਮਹਾਰਾਜ ਦੇ ਉਪਦੇਸ਼ਾਂ ਨੂੰ ਸਮਝਦੇ ਹੋਏ ਇੱਕ ਐਸੀ ਜਿਹੜਾ ਕਿ ਸਮਾਜ ਦੀ ਸਿਰਜਣਾ ਕਰੀਏ, ਸੱਚੇ ਕਰਮਯੋਗੀ ਹੋ ਕੇ ਜਿਹੜਾ ਕਿ ਜ਼ਰੂਰਤਮੰਦ ਦੀ ਸੇਵਾ ਕਰੀਏ, ਨਾ ਕੋਈ ਇੱਥੇ ਕੋਈ ਦੁੱਖ ਰਵੇ, ਐਸੀ ਜਿਹੜੀ ਬਹਾਰ ਆ ਜਾਏ। ਇਹੀ ਆ ਵੀ ਆਪਾਂ ਰਲ ਮਿਲ ਕੇ ਜਿਹੜਾ ਮਜ਼ੇ ਵੀ ਲਓ ਜ਼ਿੰਦਗੀ ਦੇ। ਜ਼ਿੰਦਗੀ ਤੁਹਾਨੂੰ ਬਾਰ-ਬਾਰ ਨਹੀਂ ਮਿਲਣੀ,
ਕਿਸੇ ਦੇ ਕੰਮ ਆ ਜਾਓਗੇ ਤੇ ਇੱਕ ਜਿਹੜਾ ਕਿ ਬੂਟਾ ਬਣ ਜਾਏਗਾ, ਅਮਰ ਹੋ ਜਾਓਗੇ। ਬਸ ਇੰਨਾ ਕੀ ਹੈ, ਮੇਰਾ ਆਨੰਦ ਲਓ, ਜੀਓ ਔਰ ਜੀਣੇ ਦਿਓ। ਤੁਸੀਂ ਨੌਜਵਾਨ ਹੈਗੇ ਹੋ, ਹਾਲਾਂਕਿ ਨੌਜਵਾਨ ਵੀ ਬਹੁਤ ਸਾਰੇ ਹੁਣ ਸੇਵਾ ਦੇ ਵਿੱਚ ਲੱਗੇ ਹੋਏ ਨੇ ਨਾ। ਇੱਕ ਨੌਜਵਾਨ ਹੋਣ ਦੇ ਨਾਤੇ ਤੁਸੀਂ ਕੀ ਅਪੀਲ ਕਰੋਗੇ ਦਰਸ਼ਕਾਂ ਨੂੰ ਅਜਿਹੀਆਂ, ਖਾਸ ਕਰ ਅਜਿਹੀਆਂ ਸੰਸਥਾਵਾਂ ਬਾਰੇ ਜਿਹੜੀਆਂ ਕਿ ਬਿਲਕੁਲ ਕੋਈ ਲਾਲਚ ਦੇ ਬਿਨਾਂ ਅਜੇ ਸੇਵਾ ਦੇ ਵਿੱਚ ਲੱਗੀਆਂ ਹੋਈਆਂ? ਬਸ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗਾ ਹੱਥ ਜੋੜ ਕੇ ਕਿ ਬਈ ਜਿੰਨਾ ਹੋ ਸਕੇ ਇਨਸਾਨੀਅਤ ਦੇ ਨਾਤੇ ਸਾਰੇ ਆਪਣਾ ਆਪਣਾ ਫਰਜ਼ ਨਿਭਾਉਣ। ਠੀਕ ਹੈ, ਕੋਈ ਲੰਗਰ ਜੇਕਰ ਦੇ ਰਿਹਾ ਹੈਗਾ ਤਾਂ ਤੁਸੀਂ ਉਹਦੀ ਲੰਗਰ ਦੇ ਵਿੱਚ ਸਪੋਰਟ ਕਰੋ। ਜੇਕਰ ਕੋਈ ਵੀ ਦਾਨ ਕਰ ਰਿਹਾ ਤੁਸੀਂ ਉਸ ਦਾਨ ਦੇ ਵਿੱਚ ਸਪੋਰਟ ਕਰੋ। ਜੇ ਤੁਸੀਂ ਕਿਸੇ ਨੂੰ ਨਹੀਂ ਦੇਣਾ, ਤੁਸੀਂ ਆਪ ਕੀ ਕਹਿੰਦੇ ਆ ਕਰੋ। ਜੇ ਤੁਹਾਨੂੰ ਲੱਗਦਾ ਕਿ ਬਈ ਕੋਈ ਦਿੱਕਤ ਹੈਗੀ ਹੈ ਕਿ ਉਹ ਦੇਗਾ ਜਾਂ ਨਹੀਂ ਦੇਗਾ, ਤੁਸੀਂ ਆਪ ਆਪਣੇ ਹੱਥਾਂ ਨਾਲ ਕੀ ਕਹਿੰਦੇ ਕਿਸੇ ਬੱਚੇ ਦੀ ਜ਼ਿੰਦਗੀ ਸਵਾਰੋ, ਉਹਨੂੰ ਪੜ੍ਹਾਉਣ ਲਿਖਾਉਣ ਦੇ ਵਿੱਚ ਲਗਾਓ, ਜਾਂ ਤੁਸੀਂ ਕੋਈ ਉਹਨੂੰ ਕੱਪੜੇ ਲੈ ਦਿਓ, ਕਿਸੇ ਸਿਲੰਡਰ ਲੈ ਦਿਓ। ਜੋ ਤੁਸੀਂ ਕਰ ਸਕਦੇ ਹੋ, ਜੋ ਤੁਹਾਡੇ ਕੋਲ ਫੈਸਿਲਿਟੀ ਹੈਗੀ ਹੈ ਨਾ, ਕੋਈ ਤੁਹਾਡੇ ਕੋਲ ਕੋਈ ਬੰਦਾ ਆਇਆ ਕਿ ਬਿਨ ਦਵਾਈ ਚਾਹੀਦੀ, ਉਹਨੂੰ ਦਵਾਈ ਲੈ ਦਿਓ। ਕੁਛ ਵੀ ਤੁਸੀਂ ਜੋ ਵੀ ਕਰ ਸਕਦੇ ਹੋ ਤੁਸੀਂ ਕਰੋ, ਆਪਣਾ ਫਰਜ਼ ਨਿਭਾਓ। ਆਪਾਂ ਕੀ ਕਹਿੰਦੇ ਸਾਰੀ ਉਮਰ ਪੈਸੇ ਨਹੀਂ ਜੋੜਨੇ ਹੈਗੇ, ਆਪਾਂ ਕੋਈ ਇਨਸਾਨੀਅਤ ਨਾਤੇ ਇੱਥੇ ਕੁਛ ਕਰਮ ਚੰਗੇ ਕਰਨੇ ਨੇ ਤਾਂ ਕਿ ਆਪਣਾ ਜਿੰਦੇ ਜੀ ਅਸੀਂ ਮੁਕਤ ਹੋ ਜਾਈਏ ਤੇ ਰੱਬ ਦੇ ਘਰ ਦੇ ਵਿੱਚ ਵੀ ਸਾਨੂੰ ਥਾਂ ਮਿਲ ਜਾਏ। ਰਿਸ਼ੀ ਸਰੋਏ ਜੀ ਸਾਡੇ ਨਾਲ ਹੈਗੇ ਨੇ, ਜਿਹੜੇ ਕਿ ਸ਼ਿਵ ਰਾਮ ਸਰੋਏ ਦੇ ਬੇਟੇ ਹੈਗੇ ਨੇ। ਹੁਣ ਵੀ ਟਰਸਟ ਦੇ ਵਿੱਚ ਪੂਰਾ ਯੋਗਦਾਨ ਦੇ ਰਹੇ ਨੇ। ਕਿਵੇਂ ਟਾਈਮ ਕੱਢ ਲੈਣ? ਉਹਨੂੰ ਕਹਿੰਦੇ ਟਾਈਮ ਹੀ ਹੈ ਨਹੀਂ ਅੱਜ ਕੱਲ੍ਹ ਕਿਸੇ ਕੋਲੇ। ਮੈਂ ਸਭ ਤੋਂ ਪਹਿਲਾਂ ਤਾਂ ਸਾਂਝਾ ਟੀਵੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ, ਸਾਡੀ ਗੱਲ ਅੱਗੇ ਜਨਤਾ ਦੇ ਵਿੱਚ ਪਹੁੰਚਾਉਣ ਲਈ। ਅੱਜ ਕੱਲ੍ਹ ਰੁਝੇਵੇ ਭਰੇ ਜ਼ਿੰਦਗੀ ਦੇ ਵਿੱਚ ਟਾਈਮ ਕੱਢਣਾ ਵਾਕਈ ਬਹੁਤ ਮੁਸ਼ਕਿਲ ਹੈ ਮੈਡਮ, ਪਰ ਇਹਨੂੰ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਜਦੋਂ ਆਪਾਂ ਮਨੁੱਖੀ ਹਿੱਤਾਂ ਨੂੰ ਸਮਝਦੇ ਹਾਂ, ਉਦੋਂ ਸਾਨੂੰ ਹਰੇਕ ਬੰਦੇ ਨੂੰ ਇੱਕ ਚਾਹਤ ਹੋਣੀ ਚਾਹੀਦੀ ਹੈ ਕਿ ਪੇ ਬੈਕ ਟੂ ਸੋਸਾਇਟੀ, ਕਿਉਂਕਿ ਅਸੀਂ ਸੋਸਾਇਟੀ ਤੋਂ ਬਹੁਤ ਕੁਝ ਲਿੱਤਾ ਅਤੇ ਹੁਣ ਉਹਨੂੰ ਵਾਪਸ ਵੀ ਕੁਛ ਨਾ ਕੁਛ ਦੇਣਾ ਚਾਹੀਦਾ ਹੈ। ਅਤੇ ਉਸ ਕਰਕੇ ਸੇਵਾ ਕਿਸੇ ਵੀ ਰੂਪ ਦੇ ਵਿੱਚ ਕਰਨੀ ਚਾਹੀਦੀ ਹੈ, ਚਾਹੇ ਉਹ ਤਨ ਵਜੋਂ, ਮਨ ਵਜੋਂ, ਧਨ ਵਜੋਂ ਹੋਵੇ, ਉਹ ਕਰਨੀ ਚਾਹੀਦੀ ਹੈ। ਇਸ ਮਕਸਦ ਨੂੰ ਜਦੋਂ ਆਪਾਂ ਸਮਝ ਜਾਂਦੇ ਹਾਂ ਤਾਂ ਆਪਾਂ ਸੇਵਾ ਕਰਨ ਲੱਗ ਜਾਂਦੇ ਹਾਂ ਜੀ। ਰਿਸ਼ੀ ਜੀ, ਇਸ ਤੋਂ ਪਹਿਲਾਂ ਬਥੇਰੀਆਂ ਸੰਸਥਾਵਾਂ ਬਣਦੀਆਂ ਨੇ, ਕਿਤੇ ਨਾ ਕਿਤੇ ਰੁਕ ਜਾਂਦੀਆਂ ਕਿਉਂਕਿ ਸਹਿਯੋਗ ਨਹੀਂ ਮਿਲਦਾ ਹੈਗਾ ਨਾ। ਬਹੁਤ ਸਾਰੀਆਂ ਸੰਸਥਾਵਾਂ ਚੱਲ ਵੀ ਰਹੀਆਂ ਕਿਉਂਕਿ ਲੋਕ ਸਹਿਯੋਗ ਕਰਦੇ ਨੇ, ਪ੍ਰਸ਼ਾਸਨ ਸਹਿਯੋਗ ਕਰਦਾ, ਕਈ ਵਾਰ ਸਰਕਾਰਾਂ ਵੀ ਸਹਿਯੋਗ ਕਰਦੀਆਂ, ਪਰ ਕਿਤੇ ਨਾ ਕਿਤੇ ਅਜਿਹੀਆਂ ਸੰਸਥਾਵਾਂ ਰੁਕ ਜਾਂਦੀਆਂ। ਤੁਹਾਨੂੰ ਲੱਗਦਾ ਨਹੀਂ ਥੋੜ੍ਹਾ ਜਿਹਾ ਇਸ ਨੂੰ ਥੋੜ੍ਹਾ ਜਿਹਾ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਥੋੜ੍ਹਾ ਜਿਹਾ ਸਹਿਯੋਗ ਕਰਨਾ ਚਾਹੀਦਾ? ਜੀ, ਸਰਕਾਰ ਨੂੰ ਇਹਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਜੀ, ਜਿੱਥੇ ਕਿਉਂਕਿ ਪੋਪੂਲੇਸ਼ਨ ਇੰਡੀਆ ਦੀ ਇੰਨੀ ਜ਼ਿਆਦਾ ਗ੍ਰੇਟਰ ਹੋ ਚੁੱਕੀ ਹੈ, ਉਹਦੇ 'ਚ ਕਿਉਂਕਿ ਇਕੱਲੇ ਇਨਸਾਨ ਤਾਂ ਕੁਝ ਕਰ ਨਹੀਂ ਸਕਦਾ ਹੈਗਾ। ਜਿਹੜਾ ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਹੈ ਉਹ ਤਾਂ ਕੁਝ ਨਹੀਂ ਕਰ ਸਕਦੀ ਹੈਗੀ। ਸਰਕਾਰ ਨੂੰ ਉਹਦੇ ਨਾਲ ਕਿਤੇ ਨਾ ਕਿਤੇ ਸਹਿਯੋਗ ਕਰਨਾ ਚਾਹੀਦਾ, ਅਤੇ ਹੋਰ ਜਿਹੜੇ ਵੱਡੇ ਘਰਾਣੇ ਆ, ਕੋਆਪਰੇਟ ਘਰਾਣੇ, ਉਹਨਾਂ ਨੂੰ ਵੀ ਉਹਨਾਂ ਨਾਲ ਸਹਿਯੋਗ ਕਰਨਾ ਚਾਹੀਦਾ ਜੀ। ਜਿਹੜੇ ਹੁਣ ਤੁਹਾਡੀ ਟਰਸਟ ਹੈਗੀ ਆ, ਉਹ ਸਾਰੀ ਸਿਰਫ ਦਾਨੀ ਸੱਜਣਾ 'ਤੇ ਹੈ ਜਾਂ ਕੁਝ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਨੇ ਕੋਈ ਸਹਿਯੋਗ ਕੀਤਾ, ਕਿਸੇ ਨੇਤਾ ਨੇ ਜਾਂ ਕਿਸੇ ਪ੍ਰਸ਼ਾਸਨ ਨੇ ਜਾਂ ਕਿਸੇ ਨੇ ਵੀ? ਜੀ ਨਹੀਂ, ਪੋਲੀਟੀਕਲ ਟੱਚ ਤਾਂ ਅਸੀਂ ਜ਼ਿਆਦਾ ਨਹੀਂ ਰੱਖਦੇ ਜੀ, ਪਰ ਫਿਰ ਵੀ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਚੱਲਣਾ ਅਸੀਂ ਆਪਣੀ ਥੋੜ੍ਹੀ ਜ਼ਿੰਮੇਵਾਰੀ ਸਮਝਦੇ ਹਾਂ, ਕਿਉਂਕਿ ਇੱਕ ਆਪਾਂ ਕਹਿੰਦੇ ਹਾਂ ਕਿ ਦੋ ਜਦੋਂ ਹੋ ਜਾਂਦੇ ਹੈਗੇ ਦੋ ਦਾਇਰੇ, ਉਦੋਂ ਸਹੀ ਹੁੰਦਾ ਜੀ ਕੰਮ, ਕਿਉਂਕਿ ਅਸੀਂ ਇਕੱਲੇ ਵੀ ਕਰਦੇ ਇੱਦਾਂ ਠੀਕ ਨਹੀਂ ਲੱਗਦਾ ਹੈਗਾ। ਸਾਡੇ ਨਾਲ ਵੈਸੇ ਸਾਡੇ ਮੈਂਬਰ ਸਾਹਿਬਾਨ ਸਾਡੇ ਹੈਗੇ ਨੇ, 60 ਤੋਂ 70 ਮੈਂਬਰ ਸਾਡੇ ਹੈਗੇ ਨੇ ਜਿਹੜੇ ਸਾਡੇ ਨਾਲ ਮਿਲ ਕੇ ਚੱਲਦੇ ਹੈ, ਪਰ ਪ੍ਰਸ਼ਾਸਨ ਦੇ ਵਿੱਚ ਜਿਵੇਂ ਡੀਸੀ ਸਾਹਿਬ ਹੈਗੇ ਨੇ ਮਾਣਯੋਗ, ਔਰ ਸੀਪੀ ਸਾਹਿਬ ਅਸੀਂ ਹੁਣ ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਅਤੇ ਉਹ ਵੀ ਸਾਡੇ ਨਾਲ ਸ਼ਿਰਕਤ ਕਰਦੇ ਆ ਜੀ ਹਮੇਸ਼ਾ ਆ ਕੇ। ਅੱਛਾ, ਲੰਗਰ ਤੱਕ ਹੀ ਸੀਮਤ ਰੱਖਣੀ ਹੈ ਸੇਵਾ ਜਾਂ ਫਿਰ ਅੱਗੇ ਵੀ ਤੁਸੀਂ ਵਧਾਉਣੀ ਹੈ ਟਰਸਟ ਨੂੰ? ਨਹੀਂ, ਸਾਡੇ ਫਰਦਰ ਪਲਾਨ ਸਾਡੇ ਕਾਫੀ ਹੈ ਜੀ, ਜਿੱਦਾਂ ਅਸੀਂ ਬਜ਼ੁਰਗਾਂ ਦੇ ਲਈ ਕਾਫੀ ਕੁਝ ਕਰਨਾ ਚਾਹੁੰਦੇ ਹਾਂ, ਐਜੂਕੇਸ਼ਨ ਸੈਕਟਰ ਦੇ ਵਿੱਚ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਹੈਗੇ ਹਾਂ, ਪਰ ਇਹ ਉਦੋਂ ਹੀ ਸੰਭਵ ਹੋ ਸਕਦਾ ਜਦੋਂ ਸਾਨੂੰ ਲੋਕਾਂ ਦਾ ਸਹਿਯੋਗ ਪੂਰਾ ਮਿਲੇਗਾ, ਉਦੋਂ ਹੀ ਸਾਡਾ ਮੋਟਿਵ ਪੂਰਾ ਹੋ ਸਕੇਗਾ ਜੀ। ਤੇ ਨਾਲ ਕੁਝ ਹੋਰ ਤੁਹਾਡਾ ਬਿਜ਼ਨਸ ਵੀ ਕੁਝ ਹੋਏਗਾ? ਇੱਕ ਸਾਡਾ ਸਾਈਡ ਬਿਜ਼ਨਸ ਹੈ, ਅਸੀਂ ਕੈਟਰਿੰਗ ਕਰਦੇ ਹਾਂ, ਅਸੀਂ ਆਪਣੀ ਕੈਟਰਿੰਗ ਸਰਵਿਸਿਜ਼ ਹੈ ਸਾਡੀ, ਔਰ ਮੈਂ ਖੁਦ ਇੱਕ ਸਟੂਡੈਂਟ ਹਾਂ। ਮੈਂ ਇਸ ਟਾਈਮ ਮੈਂ IPSC ਦੀ ਮੈਂ ਖੁਦ ਤਿਆਰੀ ਕਰ ਰਿਹਾ ਹੈਗਾ ਵਾ। ਮੇਰਾ ਸਵਾਲ ਇਸ ਕਰਕੇ ਸੀ ਕਿਉਂਕਿ ਅੱਜ ਕੱਲ੍ਹ ਸਾਰੇ ਕੋਈ ਸਟੱਡੀ ਕਰ ਰਿਹਾ ਨਾ, ਕੋਈ ਜੌਬ ਕਰ ਰਿਹਾ, ਕੋਈ ਇਸ ਦਾ ਆਪਣਾ ਬਿਜ਼ਨਸ ਆ, ਉਹਦੇ ਵਿੱਚੋਂ ਸਮਾਂ ਕੱਢ ਕੇ ਤੁਸੀਂ ਇਹ ਸੇਵਾ ਕਰ ਦਿਓ। ਇਹ ਸਵਾਲ ਮੈਂ ਤੁਹਾਨੂੰ ਇਸ ਲਈ ਕੀਤਾ ਸੀ। ਜੀ, ਬਿਜ਼ਨਸ ਸਾਡਾ ਬਸ ਕੈਟਰਿੰਗ ਦਾ ਸਾਡਾ ਬਿਜ਼ਨਸ ਆ ਜੀ, ਉਸ ਤੋਂ ਇਲਾਵਾ ਸਾਡਾ ਪ੍ਰੋਪਰਟੀਜ਼ ਦਾ ਬਿਜ਼ਨਸ ਹੈਗਾ, ਪਰ ਇਹ ਜਿਹੜੀ ਸੇਵਾ ਸਾਡੇ ਫਾਦਰ ਨੇ ਚਲਾਈ ਸੀਗੀ ਉਹਨੂੰ ਅਸੀਂ ਇਹਨੂੰ ਪੂਰਾ ਕਰਦੇ ਹਾਂ ਜੀ ਹਮੇਸ਼ਾ। ਦਰਸ਼ਕਾਂ ਨੂੰ ਕੋਈ ਖਾਸ ਅਪੀਲ ਕਰਨਾ ਚਾਹਾਂਗੇ, ਤੁਹਾਨੂੰ ਸੁਣ ਰਹੇ ਨੇ ਜਿਹੜੇ ਬਾਹਰ ਬੈਠੇ ਨੇ ਜਾਂ ਵਿਦੇਸ਼ਾਂ 'ਚ ਜਾਂ ਦੇਸ਼ 'ਚ ਬੈਠੇ? ਮੈਡਮ, ਜਦੋਂ ਇੱਥੇ ਕਰੋਨਾ ਸੀ ਉਦੋਂ ਮੈਂ ਇੱਕ ਚੀਜ਼ ਉੱਥੇ ਦੇਖੀ ਸੀਗੀ ਕਿ ਜਦੋਂ ਕੋਈ ਸਿੱਖ ਜਦੋਂ ਕਮਿਊਨਿਟੀ ਆਉਂਦੀ ਸੀਗੀ ਉਦੋਂ ਸਾਡੇ ਕੋਲ ਸਿੱਖ ਨੇਤਾ ਸਾਡੇ ਕੋਲ ਆ ਜਾਂਦੇ ਸੀਗੇ ਕਿ ਤੁਸੀਂ ਇਹਨਾਂ ਨੂੰ ਦਿਓ ਜੀ, ਖਾਣਾ ਦਿਓ, ਅਤੇ ਜਦੋਂ ਮੁਸਲਿਮ ਕੋਈ ਦਾਖਲ ਹੋ ਜਾਂਦੇ ਸੀ ਉਦੋਂ ਮੁਸਲਿਮ ਨੇਤਾ ਸਾਡੇ ਕੋਲ ਆ ਜਾਂਦੇ ਸੀਗੇ। ਅਤੇ ਉਹਦੇ ਲਈ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ, ਕਿਉਂਕਿ ਇਹ ਜਿਹੜੀ ਅਸੀਂ ਸੇਵਾ ਚਲਾਈ ਹੈਗੀ ਤਾਂ ਇਹ ਹੈ ਨਹੀਂ ਕਿਸੇ ਕਮਿਊਨਿਟੀ ਨੂੰ ਜ਼ਿਆਦਾ ਅਸੀਂ ਫੋਲੋ ਕਰਨਾ ਹੈਗਾ, ਅਸੀਂ ਹਰੇਕ ਬੰਦੇ ਲਈ ਨਿਸਵਾਰਥ ਸੇਵਾ ਕਰਨੀ ਹੈਗੀ ਅਸੀਂ, ਅਤੇ ਉਹਦੇ ਲਈ ਸਾਨੂੰ ਨਿਸਵਾਰਥ ਹੀ ਸਹਿਯੋਗ ਸਾਨੂੰ ਚਾਹੀਦਾ ਹੈ, ਕਿਉਂਕਿ ਅਸੀਂ ਕਿਸੇ ਇੱਕ ਕਮਿਊਨਿਟੀ ਨੂੰ ਲੈ ਕੇ ਅੱਗੇ ਨਹੀਂ ਚੱਲ ਰਹੇ ਹੈਗੇ, ਅਸੀਂ ਇਨਸਾਨੀਅਤ ਦੇ ਨਾਤੇ ਕੰਮ ਕਰ ਰਹੇ ਹਾਂ ਜੀ। ਕਿਆ ਹੱਸेंगे हंसाएंगे जग को हंसाने वाले, ये एक ही है मंदिर और मस्जिद गिराने वाले,
शर्म की बात कहूँ या धर्म की बात कहूँ, ये एक ही है मंदिर और मस्जिद गिराने वाले। ਧੰਨਵਾਦ ਰਿਸ਼ੀ ਜੀ ਤੇ ਬਹੁਤ ਬਹੁਤ ਸਲੂਟ ਆ। ਅੱਛੀ ਸੇਵਾ ਜਿਹੜੀ ਤੁਸੀਂ ਨਿਭਾ ਰਹੇ ਹੋ ਤੇ ਉਮੀਦ ਕਰਾਂਗੇ ਸੇਵਾ ਚੱਲਦੀ ਰਹੇ ਤੇ ਜਿਹੜੇ ਨਹੀਂ ਖਾ ਪੀ ਸਕਦੇ ਆ ਨਾ, ਜਿਹੜੇ ਵਿਚਾਰੇ ਗਰੀਬ ਹੈਗੇ ਨੇ, ਉਹਨਾਂ ਤੱਕ ਭੋਜਨ ਮਿਲਦਾ ਹੈ। ਜੀ ਮੈਮ, ਤੁਹਾਨੂੰ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਜੀ। ਤਾਂ ਇਹ ਸਨ ਅੰਜਲ ਸੇਵਾ ਸੁਸਾਇਟੀ ਦੇ ਮੈਂਬਰ, ਜਿਹੜੀ ਕਿ ਸਵਰਗਵਾਸ ਸ਼ਿਵ ਰਾਮ ਸਰੋਈ ਜੀ ਦੇ ਵੱਲੋਂ ਚਲਾਈ ਗਈ ਸੀ। ਸ਼ੁਰੂਆਤ ਉਹਨਾਂ ਨੇ ਕੀਤੀ ਸੀ, ਪਰ ਉਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਹੈਗੇ ਨੇ, ਉਹਨਾਂ ਦੇ ਬੇਟੇ ਹੈਗੇ ਨੇ, ਉਹਨਾਂ ਦੇ ਭਰਾ ਹੈਗੇ ਨੇ, ਹੁਣ ਵੀ ਇਸ ਟਰਸਟ ਨੂੰ ਵਧੀਆ ਤਰੀਕੇ ਨਾਲ ਚਲਾ ਰਹੇ ਨੇ। ਲੰਗਰ ਦੀ ਸੇਵਾ ਜਿਹੜੀ ਹੈ ਉਹ ਚਲਾਈ ਜਾਂਦੀ ਹੈ। ਲੁਧਿਆਣਾ ਦੇ ਜਿਹੜਾ ਸਿਵਲ ਹਸਪਤਾਲ ਹੈਗਾ, ਉੱਥੇ ਫ੍ਰੀ ਜਿਹੜੀ ਲੰਗਰ ਸੇਵਾ ਚਲਾਉਂਦੇ ਨੇ। 3 ਟਾਈਮ ਦਾ ਖਾਣਾ ਬਣਦਾ ਹੈ, ਸਵੇਰੇ ਬ੍ਰੇਕਫਾਸਟ ਵੀ ਦਿੱਤਾ ਜਾਂਦਾ ਹੈ ਮਰੀਜ਼ਾਂ ਨੂੰ, ਤੇ ਦੁਪਹਿਰ ਦਾ ਖਾਣਾ ਵੀ ਹੁੰਦਾ ਤੇ ਰਾਤ ਦਾ ਖਾਣਾ ਵੀ, ਪਰ 3 ਟਾਈਮ ਦਾ ਭੋਜਨ ਜਿਹੜਾ ਇੱਥੇ ਬਣਦਾ ਹੈ। ਬਣਨ ਤੋਂ ਬਾਅਦ ਮਰੀਜ਼ਾਂ ਨੂੰ ਵੀ ਛਕਾਇਆ ਜਾਂਦਾ ਤੇ ਨਾਲ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਛਕਾਇਆ ਜਾਂਦਾ। ਤਾਂ ਇਹਨਾਂ ਦਾ ਕਹਿਣ ਦਾ ਭਾਵ ਹੈ ਕਿ 600 ਦੇ ਕਰੀਬ ਜਿਹੜੇ ਲੋਕ ਹੈਗੇ ਨੇ, ਉਹਨਾਂ ਦਾ ਖਾਣਾ ਇੱਕ ਸਮੇਂ ਜਿਹੜਾ ਹੈਗਾ ਬਣਦਾ। ਤਾਂ ਅਸੀਂ ਵੀ ਜ਼ਰੂਰ ਦਰਸ਼ਕਾਂ ਨੂੰ ਅਪੀਲ ਕਰਾਂਗੇ ਕਿ ਅਸੀਂ ਵੀ ਅਜਿਹੀ ਟਰਸਟ ਦਾ, ਅਜਿਹੀਆਂ ਸੰਸਥਾਵਾਂ ਦਾ ਸਹਿਯੋਗ ਕਰੀਏ ਜਿਹੜੀ ਕਿ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ। ਤੇ ਇੱਕ ਵਾਰ ਤੁਹਾਨੂੰ ਅਸੀਂ ਫਿਰ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡਾ ਕੋਈ ਮਕਸਦ ਕੋਈ ਕਮਿਸ਼ਨ ਲੈਣਾ ਨਹੀਂ ਹੈਗਾ, ਕੋਈ ਅਸੀਂ ਪੈਸੇ ਦੇ ਲਈ ਇਹ ਪ੍ਰੋਗਰਾਮ ਨਹੀਂ ਕਰਦੇ। ਅਸੀਂ ਸਿਰਫ ਉਹਨਾਂ ਰੱਬੀ ਰੂਹਾਂ ਨੂੰ ਤੁਹਾਡੇ ਰੂਬਰੂ ਕਰਾਉਂਦੇ ਹਾਂ ਜਿਹੜੇ ਕਿ ਸਮਾਜ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ, ਗੁਰੂ ਪੀਰਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਇਨਸਾਨੀਅਤ ਦੀ ਸੇਵਾ ਕਰ ਰਹੀਆਂ ਨੇ। ਕੈਮਰਾਮੈਨ ਵੀਰੇ ਦੇ ਨਾਲ ਕਮਲਦੀਪ ਕੌਰ, ਲੁਧਿਆਣਾ।